मेरा पति ਵਿਆਹ ਤੋਂ ਬਾਅਦ ਹੀ ਦੇਸ਼ ਤੋਂ ਬਾਹਰ ਚਲਾ ਗਿਆ ਤਾਂ ਮੇਰੀ ਸੱਸ ਸਾਰਾ ਦਿਨ ਮੈਨੂੰ ਉਲਟੀ ਸਿੱਧੀ ਗੱਲਾਂ ਸੁਣਾਉਂਦੀ ਤੇ ਮੈਨੂੰ ਤਾਨੇ ਦਿਆ ਕਰਦੀ ਸੀ। ਪਰ ਮੇਰੇ ਸਹੁਰੇ ਦੇ ਆਉਂਦੇ ਹੀ ਮੇਰੀ ਸੱਸ ਮੇਰੇ ਕਮਰੇ ਵਿੱਚ ਆ ਜਾਂਦੀ ਤੇ ਮੇਰੇ ਹੱਥ ਪੈਰ ਦਬਾ ਕੇ ਮੇਰੀ ਸੇਵਾ ਕਰਨ ਲੱਗਦੀ। ਮੈਨੂੰ ਉਸੇ ਸਮੇਂ ਨੀਂਦ ਆ ਜਾਂਦੀ। ਸਵੇਰ ਹੁੰਦੇ ਹੀ ਜਦੋਂ ਮੈਂ ਕਮਰੇ ਤੋਂ ਬਾਹਰ ਆਉਂਦੀ ਤਾਂ ਮੇਰਾ ਸਹੁਰਾ ਮੈਨੂੰ ਬਹੁਤ ਜ਼ਿਆਦਾ ਪੈਸੇ ਦਿੰਦਾ ਤੇ ਕਹਿੰਦਾ ਕਿ ਇਹ ਤੇਰਾ ਇਨਾਮ ਹੈ। ਮੈਨੂੰ ਉਹਨਾਂ ਦੀ ਇਸ ਗੱਲ 'ਤੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਤੇ ਮੈਂ ਸੋਚ ਵਿੱਚ ਪੈ ਜਾਂਦੀ ਕਿ ਕਿਸ ਚੀਜ਼ ਦਾ ਇਨਾਮ ਹੈ। ਮੈਨੂੰ ਆਪਣੀ ਸੱਸ 'ਤੇ ਸ਼ੱਕ ਹੋਇਆ ਤਾਂ ਇੱਕ ਦਿਨ ਮੈਂ ਉਹਨਾਂ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਹੀ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕਰਨ ਲੱਗੀ। ਉਸ ਦੇ ਬਾਅਦ ਮੇਰੇ ਨਾਲ ਜੋ ਹੋਇਆ ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੇਰਾ ਨਾਂ ਰੂਪਾਲੀ ਹੈ। ਮੈਂ ਇੱਕ ਗਰੀਬ ਘਰ ਤੋਂ ਹਾਂ। ਅਸੀਂ 5 ਭੈਣਾਂ ਹਾਂ। ਸਾਡਾ ਕੋਈ ਭਾਈ ਨਹੀਂ ਹੈ ਤੇ ਮੈਂ ਸਾਰੀਆਂ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ। ਪਰ ਮੈਂ ਦੇਖਣ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਸੀ। ਮੇਰੇ ਮਾਤਾ ਪਿਤਾ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਘਰ ਬੈਠੇ ਹੀ ਮੇਰਾ ਰਿਸ਼ਤਾ ਇੱਕ ਅਮੀਰ ਘਰ ਤੋਂ ਆ ਗਿਆ ਤੇ ਉਹਨਾਂ ਲੋਕਾਂ ਨੂੰ ਦਹੇਜ ਦਾ ਵੀ ਲਾਲਚ ਨਹੀਂ ਸੀ। ਬਸ ਉਹਨਾਂ ਨੇ ਵਿਆਹ ਜਲਦੀ ਕਰਨਾ ਸੀ। ਮੇਰੇ ਮਾਤਾ ਪਿਤਾ ਕੋਲ ਵੀ ਦੇਣ ਲਈ ਕੁਝ ਨਹੀਂ ਸੀ, ਇਸ ਲਈ ਉਹਨਾਂ ਨੇ ਸਾਦਗੀ ਨਾਲ ਮੇਰਾ ਵਿਆਹ ਕਰ ਦਿੱਤਾ। ਮੇਰੀ ਸੱਸ ਬਹੁਤ ਖੁਸ਼ੀ ਮੈਨੂੰ ਆਪਣੇ ਘਰ ਲੈ ਕੇ ਆਈ। ਵਿਆਹ ਦੀ ਰਾਤ ਜਦੋਂ ਮੇਰੇ ਪਤੀ ਮੇਰੇ ਕਮਰੇ ਵਿੱਚ ਆਏ ਤਾਂ ਉਹ ਬਹੁਤ ਜ਼ਿਆਦਾ ਚੁੱਪ ਸੀ। ਉਹਨਾਂ ਨੇ ਮੇਰੇ ਨਾਲ ਕੋਈ ਵੀ ਗੱਲ ਨਹੀਂ ਕੀਤੀ ਸੀ ਤੇ ਨਾ ਹੀ ਮੇਰੇ ਵੱਲ ਠੀਕ ਢੰਗ ਨਾਲ ਦੇਖਿਆ ਸੀ। ਬਸ ਇੰਨਾ ਕਹਿਣ ਲੱਗੇ ਕਿ ਮੈਂ ਪ੍ਰੈਕਟੀਕਲ ਕਿਸਮ ਦਾ ਇਨਸਾਨ ਹਾਂ, ਮੈਨੂੰ ਰੋਮਾਂਸ ਕਰਨਾ ਪਸੰਦ ਨਹੀਂ। ਮੈਂ ਵੀ ਉਹਨਾਂ ਨੂੰ ਕੁਝ ਨਹੀਂ ਕਿਹਾ। ਮੈਂ ਸੋਚਿਆ ਕਿ ਸਮੇਂ ਦੇ ਨਾਲ ਉਹਨਾਂ ਨੂੰ ਜਾਣ ਜਾਊਂਗੀ। ਮੇਰੀ ਸੱਸ ਤੇ ਸਹੁਰੇ ਦਾ ਵਰਤਾਅ ਮੇਰੇ ਨਾਲ ਬਹੁਤ ਚੰਗਾ ਸੀ। ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਮੇਰਾ ਪਤੀ ਵਿਦੇਸ਼ ਚਲਾ ਗਿਆ। ਉਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਮੇਰੀ ਸੱਸ ਇੱਕ ਬਹੁਤ ਹੀ ਖਤਰਨਾਕ ਔਰਤ ਹੈ। ਹੁਣ ਉਹ ਸਾਰਾ ਦਿਨ ਮੇਰੇ ਤੋਂ ਘਰ ਦਾ ਕੰਮ ਕਰਵਾਉਂਦੀ ਰਹਿੰਦੀ ਸੀ। ਮੈਂ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਤੇ ਮੇਰੀ ਸੱਸ ਮੇਰੇ ਹਰ ਕੰਮ ਵਿੱਚ ਨੁਕਸ ਕੱਢਦੀ। ਉਸ ਦਾ ਇਹ ਵਰਤਾਅ ਮੇਰੇ ਨਾਲ ਉਦੋਂ ਸ਼ੁਰੂ ਹੋਇਆ ਸੀ ਜਦੋਂ ਮੇਰਾ ਪਤੀ ਕੰਮ ਲਈ ਵਿਦੇਸ਼ ਚਲਾ ਗਿਆ ਸੀ। ਮੇਰੇ ਪਤੀ ਸਾਹਮਣੇ ਮੇਰੀ ਸੱਸ ਮੇਰੇ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦੀ ਸੀ। ਮੇਰੇ ਵਿਆਹ ਨੂੰ ਅਜੇ ਕੁਝ ਹੀ ਮਹੀਨੇ ਹੋਏ ਸੀ ਤੇ ਇੰਨੇ ਦਿਨਾਂ ਵਿੱਚ ਹੀ ਮੈਂ ਸਮਝ ਗਈ ਸੀ ਕਿ ਮੇਰੇ ਸਹੁਰੇ ਵਾਲੇ ਬਹੁਤ ਹੀ ਸੜੀਅਲ ਤੇ ਘਟੀਆ ਕਿਸਮ ਦੇ ਇਨਸਾਨ ਹਨ। ਮੇਰੀ ਸੱਸ ਨੇ ਮੇਰੇ ਪਤੀ ਦੇ ਜਾਣ ਤੋਂ ਬਾਅਦ ਕਿਸੇ ਬਹਾਨੇ ਨਾਲ ਨੌਕਰਾਣੀ ਨੂੰ ਘਰ ਤੋਂ ਕੱਢ ਦਿੱਤਾ ਤੇ ਕਹਿਣ ਲੱਗੀ ਕਿ ਉਹ ਸਫਾਈ ਨਾਲ ਕੰਮ ਨਹੀਂ ਕਰਦੀ ਹੈ। ਨੌਕਰਾਣੀ ਦੇ ਜਾਂਦੇ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਉੱਪਰ ਪਾ ਦਿੱਤੀ। ਮੈਂ ਜਦੋਂ ਵੀ ਘਰ ਦੀ ਸਫਾਈ ਕਰਦੀ ਤਾਂ ਮੇਰੀ ਸੱਸ ਮੈਨੂੰ ਕਹਿੰਦੀ ਕਿ ਤੂੰ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ, ਦੁਬਾਰਾ ਸਫਾਈ ਕਰ। ਸਾਰਾ ਦਿਨ ਉਹ ਮੇਰੇ ਤੋਂ ਕੰਮ ਕਰਵਾਉਂਦੀ ਰਹਿੰਦੀ। ਰਾਤ ਨੂੰ ਜਦੋਂ ਮੇਰੇ ਸਹੁਰੇ ਦਾ ਆਉਣ ਦਾ ਸਮਾਂ ਹੁੰਦਾ ਤਾਂ ਉਹ ਮੈਨੂੰ ਕਹਿੰਦੀ ਆਪਣੇ ਕਮਰੇ ਵਿੱਚ ਜਾ ਤੇ ਮੂੰਹ ਹੱਥ ਧੋ ਕੇ ਤਿਆਰ ਹੋ ਜਾ। ਮੈਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਤੇ ਤਿਆਰ ਹੋ ਜਾਂਦੀ, ਫਿਰ ਨਵੇਂ ਕੱਪੜੇ ਪਾ ਲੈਂਦੀ। ਮੇਰੇ ਸਹੁਰੇ ਦੇ ਘਰ ਆਉਂਦੇ ਹੀ ਮੇਰੀ ਸੱਸ ਦਾ ਵਰਤਾਅ ਮੇਰੇ ਨਾਲ ਬਿਲਕੁਲ ਬਦਲ ਜਾਂਦਾ ਸੀ। ਉਹ ਮੈਨੂੰ ਕਹਿੰਦੀ ਕਿ ਮੈਂ ਤੇਰੇ ਲਈ ਖਾਣਾ ਲਿਆਉਂਦੀ ਹਾਂ। ਜਦੋਂ ਮੈਂ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਰਹਿਣ ਦਿਓ, ਮੈਂ ਖੁਦ ਲੈ ਆਵਾਂਗੀ, ਤਾਂ ਉਹ ਮੈਨੂੰ ਕਹਿੰਦੀ ਕਿ ਤੂੰ ਮੇਰੀ ਨੂੰਹ ਨਹੀਂ, ਮੇਰੀ ਧੀ ਹੈ, ਮੈਂ ਤੇਰੇ ਲਈ ਖਾਣਾ ਲੈ ਕੇ ਆਉਂਦੀ ਹਾਂ। ਮੈਂ ਉਹਨਾਂ ਦਾ ਇਹ ਸੁਭਾਅ ਸਮਝ ਨਹੀਂ ਪਾ ਰਹੀ ਸੀ। ਮੇਰੀ ਸੱਸ ਦੇ 2 ਰੂਪ ਸੀ, ਇੱਕ ਮੇਰੇ ਸਹੁਰੇ ਦੇ ਸਾਹਮਣੇ ਤੇ ਇੱਕ ਉਹਨਾਂ ਦੇ ਜਾਣ ਤੋਂ ਬਾਅਦ। ਦਿਨ ਵਿੱਚ ਤਾਂ ਉਹ ਇੱਕ ਜ਼ਾਲਮ ਸੱਸ ਦੀ ਤਰ੍ਹਾਂ ਰਹਿੰਦੀ ਸੀ ਤੇ ਸ਼ਾਮ ਨੂੰ ਜਦੋਂ ਮੇਰਾ ਸਹੁਰਾ ਕੰਮ ਤੋਂ ਘਰ ਵਾਪਸ ਆਉਂਦਾ ਤਾਂ ਉਹ ਮੇਰੇ ਅੱਗੇ ਪਿੱਛੇ ਘੁੰਮਣ ਲੱਗਦੀ ਸੀ, ਮੈਨੂੰ ਚਾਹ ਬਣਾ ਕੇ ਦਿੰਦੀ। ਮੈਂ ਨਹੀਂ ਜਾਣਦੀ ਕਿ ਇਸ ਗੱਲ ਦੇ ਪਿੱਛੇ ਕੀ ਰਾਜ਼ ਸੀ, ਪਰ ਜਦੋਂ ਇਹ ਰਾਜ਼ ਮੇਰੇ ਸਾਹਮਣੇ ਖੁੱਲ੍ਹਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਮੇਰੇ ਸਹੁਰੇ ਦੇ ਘਰ ਆਉਂਦੇ ਹੀ ਮੇਰੇ ਤੇ ਮਿਹਰਬਾਨ ਹੋ ਜਾਂਦੀ। ਇੱਕ ਦਿਨ ਤਾਂ ਉਹਨਾਂ ਨੇ ਐਦਾਂ ਦਾ ਕੰਮ ਕੀਤਾ ਕਿ ਮੈਂ ਹੈਰਾਨ ਰਹਿ ਗਈ। ਮੈਨੂੰ ਕਹਿਣ ਲੱਗੀ ਤੂੰ ਬਹੁਤ ਥੱਕ ਜਾਂਦੀ ਹੈ, ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਹੈ, ਤਾਂ ਲਿਆ ਮੈਂ ਤੇਰੇ ਪੈਰ ਦਬਾ ਦੇਵਾਂ। ਇਹ ਸੁਣ ਕੇ ਤਾਂ ਮੈਂ ਹੈਰਾਨ ਪਰੇਸ਼ਾਨ ਹੋ ਗਈ। ਮੈਂ ਆਪਣੀ ਸੱਸ ਨੂੰ ਹੈਰਾਨੀ ਨਾਲ ਵੇਖਣ ਲੱਗੀ। ਮੈਂ ਕਿਹਾ ਨਹੀਂ, ਤੁਸੀਂ ਇਹ ਕੀ ਕਰ ਰਹੇ ਹੋ? ਮੈਨੂੰ ਕੁਝ ਨਹੀਂ ਹੋਇਆ ਹੈ, ਮੈਂ ਬਿਲਕੁਲ ਠੀਕ ਹਾਂ, ਮੈਂ ਤੁਹਾਡੇ ਤੋਂ ਆਪਣੇ ਪੈਰ ਨਹੀਂ ਦਬਾ ਸਕਦੀ। ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਮੇਰੇ ਪੈਰ ਦੱਬਣ ਲੱਗੀ। ਮੈਨੂੰ ਉਹਨਾਂ ਦੀ ਇਸ ਗੱਲ 'ਤੇ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ। ਫਿਰ ਉਹ ਤੇਲ ਲੈ ਕੇ ਆ ਗਈ ਤੇ ਮੇਰੇ ਪੈਰਾਂ 'ਤੇ ਲਾਉਣ ਲੱਗੀ। ਮੈਨੂੰ ਇਹ ਬਹੁਤ ਬੁਰਾ ਲੱਗ ਰਿਹਾ ਸੀ। ਮੈਂ ਉਹਨਾਂ ਨੂੰ ਬਹੁਤ ਵਾਰ ਮਨਾ ਕੀਤਾ ਕਿ
ਤੁਸੀਂ ਮੇਰੇ ਤੋਂ ਵੱਡੇ ਹੋ, ਮੈਂ ਤੁਹਾਡੇ ਤੋਂ ਮਾਲਿਸ਼ ਨਹੀਂ ਕਰਵਾ ਸਕਦੀ। ਪਰ ਉਹ ਜ਼ਬਰਦਸਤੀ ਮੇਰੇ ਪੈਰ ਫੜ ਕੇ ਪੈਰਾਂ ਤੇ ਤੇਲ ਲਗਾਉਣ ਲੱਗਦੀ। ਉਹ ਇੰਨੀ ਚੰਗੀ ਮਾਲਿਸ਼ ਕਰਦੀ ਸੀ ਕਿ ਕੁਝ ਹੀ ਦੇਰ ਵਿੱਚ ਮੇਰੀ ਸਾਰੀ ਥਕਾਨ ਦੂਰ ਹੋ ਜਾਂਦੀ ਤੇ ਮੈਂ ਬਹੁਤ ਗੂੜੀ ਨੀਂਦ ਵਿੱਚ ਸੋ ਜਾਂਦੀ ਸੀ। ਮੈਂ ਸਾਰੀ ਰਾਤ ਸੌਂਦੀ ਰਹਿੰਦੀ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਬਹੁਤ ਥਕਾਨ ਮਹਿਸੂਸ ਕਰ ਰਹੀ ਸੀ। ਮੇਰਾ ਪੂਰਾ ਸਰੀਰ ਦਰਦ ਕਰ ਰਿਹਾ ਸੀ ਤੇ ਐਵੇਂ ਮਹਿਸੂਸ ਹੋ ਰਿਹਾ ਸੀ ਕਿ ਮੈਂ ਸਾਰੀ ਰਾਤ ਬਹੁਤ ਮਿਹਨਤ ਦਾ ਕੰਮ ਕੀਤਾ ਹੋਵੇ, ਜਦੋਂ ਕਿ ਤੇਲ ਦੀ ਮਾਲਿਸ਼ ਤੋਂ ਬਾਅਦ ਤਾਂ ਸਕੂਨ ਮਿਲਣਾ ਚਾਹੀਦਾ ਹੈ। ਪਰ ਮੇਰੇ ਨਾਲ ਅਜੀਬ ਹੀ ਹੋ ਰਿਹਾ ਸੀ। ਜਦੋਂ ਮੈਂ ਕਮਰੇ ਤੋਂ ਬਾਹਰ ਆਈ ਤਾਂ ਮੇਰਾ ਸਹੁਰਾ ਮੈਨੂੰ ਦੇਖ ਕੇ ਮੁਸਕਰਾਉਣ ਲੱਗਿਆ। ਮੈਨੂੰ ਉਹਨਾਂ ਨੂੰ ਦੇਖ ਕੇ ਬਹੁਤ ਹੈਰਾਨੀ ਹੋਈ। ਮੈਂ ਸੋਚਣ ਲੱਗੀ, ਪਤਾ ਨਹੀਂ ਇਹ ਕਿਉਂ ਮੁਸਕਰਾ ਰਹੇ ਹਨ। ਫਿਰ ਜੋ ਸਵਾਲ ਉਹਨਾਂ ਨੇ ਮੇਰੇ ਤੋਂ ਕੀਤਾ, ਇਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ। ਉਹ ਮੈਨੂੰ ਕਹਿਣ ਲੱਗੇ ਕਿ ਤੈਨੂੰ ਰਾਤ ਨੂੰ ਨੀਂਦ ਚੰਗੀ ਤਰ੍ਹਾਂ ਆਈ ਸੀ। ਮੈਨੂੰ ਉਹਨਾਂ ਦਾ ਇਹ ਸਵਾਲ ਬਹੁਤ ਅਜੀਬ ਲੱਗ ਰਿਹਾ ਸੀ, ਕਿਉਂਕਿ ਮੈਂ ਤਾਂ ਕਦੇ ਕਿਸੇ ਨੂੰ ਵੀ ਨੀਂਦ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਸੀ। ਪਰ ਮੈਂ ਹੌਲੀ ਜਿਹੀ ਆਵਾਜ਼ ਵਿੱਚ ਉਹਨਾਂ ਦੀ ਇਸ ਗੱਲ ਦਾ ਜਵਾਬ ਦਿੱਤਾ ਤੇ ਕਿਹਾ ਕਿ ਹਾਂਜੀ, ਮੈਂ ਆਰਾਮ ਨਾਲ ਸੌ ਗਈ ਸੀ। ਇੱਥੇ ਇੱਕ ਹੋਰ ਅਜੀਬੋ-ਗਰੀਬ ਗੱਲ ਅੱਜ ਮੈਂ ਦੇਖੀ ਸੀ ਕਿ ਮੇਰੀ ਸੱਸ ਕਦੇ ਮੇਰੇ ਸਹੁਰੇ ਦੇ ਕਮਰੇ ਵਿੱਚ ਨਹੀਂ ਸੌਂਦੀ ਸੀ। ਮੈਂ ਅੱਜ ਤੱਕ ਆਪਣੀ ਸੱਸ ਨੂੰ ਆਪਣੇ ਸਹੁਰੇ ਦੇ ਕੋਲ ਬੈਠੇ ਹੋਏ ਨਹੀਂ ਦੇਖਿਆ ਸੀ। ਉਹਨਾਂ ਨੂੰ ਕਦੇ ਇੱਕ ਦੂਜੇ ਨਾਲ ਗੱਲ ਕਰਦੇ ਵੀ ਨਹੀਂ ਦੇਖਿਆ ਸੀ। ਮੇਰੇ ਸਹੁਰੇ ਦੇ ਕੰਮ ਤੇ ਜਾਂਦੇ ਹੀ ਮੇਰੀ ਸੱਸ ਦਾ ਵਰਤਾਓ ਫਿਰ ਤੋਂ ਮੇਰੇ ਨਾਲ ਉਸੇ ਤਰ੍ਹਾਂ ਹੀ ਹੋ ਜਾਂਦਾ। ਕਰਦੇ ਸਾਰੇ ਕੰਮ ਮੇਰੇ ਤੋਂ ਕਰਾਉਂਦੀ। ਮੇਰੇ ਸਹੁਰੇ ਦੇ ਆਉਂਦੇ ਹੀ ਉਹ ਮੇਰੀ ਸੇਵਾ ਕਰਨ ਲੱਗਦੀ। ਕੁਝ ਦਿਨਾਂ ਤੋਂ ਇਹੀ ਮਾਮਲਾ ਹੋ ਰਿਹਾ ਸੀ। ਹਰ ਰੋਜ਼ ਮੇਰੀ ਸੱਸ ਮੇਰੇ ਪੈਰ ਜ਼ਬਰਦਸਤੀ ਫੜਦੀ ਤੇ ਤੇਲ ਲਗਾ ਕੇ ਮਾਲਿਸ਼ ਕਰ ਦਿੰਦੀ ਤੇ ਉਸਦੇ ਮਾਲਿਸ਼ ਕਰਦੇ ਹੀ ਮੇਰੀ ਅੱਖਾਂ ਵਿੱਚ ਨੀਂਦ ਆਉਣ ਲੱਗਦੀ ਤੇ ਮੈਂ ਸੋ ਜਾਂਦੀ। ਮੈਂ ਬਹੁਤ ਕੋਸ਼ਿਸ਼ ਕਰਦੀ ਕਿ ਮੈਂ ਨਾ ਸੋਵਾਂ, ਜਾਗਦੀ ਰਹਾਂ, ਪਰ ਮੈਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹਨਾਂ ਦੀ ਮਾਲਿਸ਼ ਕਰਦੇ ਹੀ ਕਿਉਂ ਮੇਰੀਆਂ ਅੱਖਾਂ ਵਿੱਚ ਨੀਂਦ ਆਉਣ ਲੱਗਦੀ ਸੀ। ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ। ਸਾਰਾ ਦਿਨ ਮੈਂ ਥੱਕੀ ਹੋਈ ਰਹਿੰਦੀ ਸੀ, ਪਰ ਜਿਸ ਤਰੀਕੇ ਨਾਲ ਮੈਨੂੰ ਰਾਤ ਨੂੰ ਨੀਂਦ ਆਉਂਦੀ ਸੀ, ਇੱਦਾਂ ਲੱਗਦਾ ਸੀ ਕਿ ਮੈਂ ਕੋਈ ਨਸ਼ਾ ਕੀਤਾ ਹੋਇਆ ਹੈ। ਮੈਂ ਇਸ ਤਰ੍ਹਾਂ ਗੂੜੀ ਨੀਂਦ ਵਿੱਚ ਨਹੀਂ ਸੌਂਦੀ ਸੀ ਕਿ ਰਾਤ ਨੂੰ ਇੱਕ ਵਾਰ ਵੀ ਮੇਰੀ ਅੱਖ ਨਾ ਖੁੱਲੇ। ਮੇਰੀ ਨੀਂਦ ਤਾਂ ਇੱਦਾਂ ਦੀ ਸੀ ਕਿ ਹਲਕੀ ਜਿਹੀ ਆਵਾਜ਼ ਤੋਂ ਵੀ ਮੈਂ ਉੱਠ ਜਾਂਦੀ ਸੀ ਤੇ ਮੇਰੀ ਅੱਖ ਖੁੱਲ ਜਾਂਦੀ ਸੀ। ਪਰ ਜਦੋਂ ਤੋਂ ਮੇਰੀ ਸੱਸ ਨੇ ਮੇਰੇ ਪੈਰਾਂ ਤੇ ਤੇਲ ਲਾਉਣਾ ਸ਼ੁਰੂ ਕੀਤਾ ਸੀ, ਮੈਨੂੰ ਇੰਨੀ ਗੂੜੀ ਨੀਂਦ ਆ ਰਹੀ ਸੀ ਕਿ ਮੈਨੂੰ ਹੋਸ਼ ਨਹੀਂ ਰਹਿੰਦਾ ਸੀ ਕਿ ਮੈਂ ਕਿੱਥੇ ਹਾਂ। ਇੱਥੇ ਮੇਰੇ ਸਹੁਰੇ ਘਰ ਮੇਰੇ ਨਾਲ ਬਹੁਤ ਅਜੀਬੋ-ਗਰੀਬ ਇਤਫਾਕ ਹੋ ਰਹੇ ਸੀ। ਇੱਕ ਵਾਰ ਕਿਸੇ ਨੇ ਬਾਹਰ ਦਾ ਦਰਵਾਜ਼ਾ ਖੜਕਾਇਆ। ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ, ਦਰਵਾਜ਼ੇ ਦੇ ਬਾਹਰ ਇੱਕ ਬੱਚਾ ਗੁਲਦਸਤਾ ਲੈ ਕੇ ਖੜਾ ਹੋਇਆ ਸੀ। ਉਹ ਗੁਲਦਸਤਾ ਉਸਨੇ ਦਿੱਤਾ ਤੇ ਕਹਿਣ ਲੱਗਿਆ, ਇਹ ਤੁਹਾਡੇ ਲਈ ਹੈ। ਮੈਂ ਉਸ ਬੱਚੇ ਨੂੰ ਦੇਖ ਕੇ ਮੁਸਕਰਾਉਣ ਲੱਗੀ। ਮੈਂ ਸੋਚਿਆ ਕਿ ਹੋ ਸਕਦਾ ਹੈ ਇਹ ਕੋਈ ਮੇਰੀ ਸੱਸ ਨੂੰ ਜਾਣਨ ਵਾਲਾ ਹੋਵੇਗਾ, ਇਸ ਲਈ ਮੈਂ ਗੁਲਦਸਤਾ ਉਸ ਤੋਂ ਲੈ ਲਿਆ ਤੇ ਉਹ ਬੱਚਾ ਚਲਾ ਗਿਆ। ਉਸ ਗੁਲਦਸਤੇ ਵਿੱਚ ਇੱਕ ਕਾਰਡ ਲੱਗਿਆ ਹੋਇਆ ਸੀ, ਜਿਸ ਉੱਤੇ ਲਿਖਿਆ ਸੀ, ਸੋਹਣੀ ਕੁੜੀ ਲਈ ਸੋਹਣਾ ਗਿਫਟ, ਤੁਹਾਡਾ ਚਾਹਣ ਵਾਲਾ। ਇਹ ਪੜ੍ਹ ਕੇ ਮੈਨੂੰ ਝਟਕਾ ਲੱਗਿਆ। ਮੈਂ ਘਬਰਾ ਕੇ ਉਹ ਗੁਲਦਸਤਾ ਉੱਥੇ ਹੀ ਸੁੱਟ ਦਿੱਤਾ। ਪਤਾ ਨਹੀਂ ਇਹ ਕੌਣ ਸੀ ਜਿਸ ਨੇ ਇਹ ਘਟੀਆ ਹਰਕਤ ਮੇਰੇ ਨਾਲ ਕੀਤੀ ਸੀ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਉਸ ਆਦਮੀ ਬਾਰੇ ਸੋਚਣ ਲੱਗੀ। ਮੇਰੀ ਆਪਣੀ ਪਰੇਸ਼ਾਨੀਆਂ ਖਤਮ ਨਹੀਂ ਹੋ ਰਹੀਆਂ ਸੀ। ਇਹ ਇੱਕ ਨਵੀਂ ਮੁਸੀਬਤ ਮੇਰੇ ਗਲ ਪੈ ਗਈ ਸੀ। ਸਵੇਰੇ ਜਦੋਂ ਮੈਂ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਮੇਰੇ ਪੂਰੇ ਸਰੀਰ ਵਿੱਚ ਦਰਦ ਹੋ ਰਿਹਾ ਸੀ ਤੇ ਮੈਨੂੰ ਬਹੁਤ ਜ਼ਿਆਦਾ ਥਕਾਨ ਮਹਿਸੂਸ ਹੋ ਰਹੀ ਸੀ। ਮੇਰੀਆਂ ਅੱਖਾਂ ਬੰਦ ਹੋ ਰਹੀਆਂ ਸੀ। ਮੇਰੇ ਸਿਰ ਵਿੱਚ ਵੀ ਦਰਦ ਹੋ ਰਿਹਾ ਸੀ। ਜਦੋਂ ਮੈਂ ਆਪਣਾ ਨਾਸ਼ਤਾ ਬਣਾਉਣ ਲਈ ਰਸੋਈ ਵਿੱਚ ਜਾਣ ਲੱਗੀ ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ, ਤੂੰ ਇੱਥੇ ਬੈਠ, ਮੈਂ ਤੇਰੇ ਲਈ ਨਾਸ਼ਤਾ ਬਣਾ ਕੇ ਲਿਆਉਂਦੀ ਹਾਂ। ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਨਿੰਬੂ ਪਾਣੀ ਪਿਲਾਇਆ। ਇਸ ਨਾਲ ਮੇਰਾ ਨਸ਼ਾ ਕੁਝ ਘੱਟ ਹੋ ਗਿਆ। ਉਸ ਤੋਂ ਬਾਅਦ ਮੇਰੀ ਸੱਸ ਨੇ ਮੇਰੇ ਸਾਹਮਣੇ ਨਾਸ਼ਤਾ ਰੱਖ ਦਿੱਤਾ ਤੇ ਜਦੋਂ ਮੈਂ ਨਾਸ਼ਤਾ ਕਰ ਰਹੀ ਸੀ ਤੇ ਮੇਰਾ ਸਹੁਰਾ ਸਾਹਮਣੇ ਬੈਠ ਕੇ ਮੈਨੂੰ ਦੇਖ ਰਿਹਾ ਸੀ ਤੇ ਮੁਸਕਰਾ ਰਿਹਾ ਸੀ। ਫਿਰ ਉਹਨਾਂ ਨੇ ਇਦਾਂ ਦੀ ਗੱਲ ਕਹੀ ਕਿ ਮੈਂ ਸੁਣ ਕੇ ਹੈਰਾਨ ਰਹਿ ਗਈ। ਕਹਿਣ ਲੱਗਿਆ ਕਿ ਲਾਲ ਰੰਗ ਦੇ ਕੱਪੜਿਆਂ ਵਿੱਚ ਤੂੰ ਬਹੁਤ ਚੰਗੀ ਲੱਗਦੀ ਹੈ। ਇਹ ਸੁਣ ਕੇ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ, ਕਿਉਂਕਿ ਲਾਲ ਰੰਗ ਦਾ ਸੂਟ ਤਾਂ ਮੈਂ ਰਾਤ ਨੂੰ ਹੀ ਪਾਇਆ ਸੀ ਤੇ ਉਹ ਮੇਰਾ ਨਾਈਟ ਸੂਟ ਸੀ, ਜੋ ਕਿ ਮੈਂ ਆਪਣੇ ਕਮਰੇ ਵਿੱਚ ਜਾਣ ਤੋਂ ਬਾਅਦ ਹੀ ਪਹਿਨਦੀ ਸੀ ਤੇ ਫਿਰ ਮੈਂ ਬਾਹਰ ਨਹੀਂ ਆਉਂਦੀ ਸੀ। ਤਾਂ ਫਿਰ ਮੇਰੇ ਸਹੁਰੇ ਨੂੰ ਕਿਵੇਂ ਪਤਾ ਚੱਲਿਆ ਕਿ ਮੈਂ ਰਾਤ ਨੂੰ ਲਾਲ ਰੰਗ ਦਾ ਸੂਟ ਪਹਿਨਿਆ ਸੀ? ਉਸ ਦੀ ਗੱਲ ਸੁਣ ਕੇ ਮੈਂ ਸ਼ਰਮ ਨਾਲ ਪਾਣੀ ਹੋ ਗਈ। ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ
ਹੁਣ ਤਾਂ ਮੈਨੂੰ ਸ਼ੱਕ ਹੋਣ ਲੱਗਿਆ ਸੀ ਕਿ ਰਾਤ ਨੂੰ ਮੇਰੇ ਨਾਲ ਹੁੰਦਾ ਕੀ ਹੈ। ਹੁਣ ਤੱਕ ਮੈਂ ਇਹ ਸੋਚ ਰਹੀ ਸੀ ਕਿ ਰਾਤ ਨੂੰ ਮੈਂ ਇੰਨੀ ਗੂੜੀ ਨੀਂਦ ਵਿੱਚ ਕਿਵੇਂ ਸੋ ਜਾਂਦੀ ਹਾਂ ਤੇ ਮੇਰੇ ਸਹੁਰੇ ਨੂੰ ਕਿਵੇਂ ਪਤਾ ਚੱਲ ਜਾਂਦਾ ਹੈ ਕਿ ਮੈਂ ਰਾਤ ਨੂੰ ਕਿਸ ਰੰਗ ਦਾ ਸੂਟ ਪਹਿਨਿਆ ਹੈ। ਮੈਂ ਇਸ ਗੱਲ ਵਿੱਚ ਉਲਝੀ ਹੋਈ ਸੀ ਕਿ ਮੇਰੇ ਨਾਲ ਇੱਕ ਹੋਰ ਅਜੀਬੋ-ਗਰੀਬ ਹਰਕਤ ਹੋਈ ਜਿਸ ਨੇ ਮੇਰੇ ਹੋਸ਼ ਉਡਾ ਦਿੱਤੇ। ਮੈਂ ਰਸੋਈ ਵਿੱਚ ਭਾਂਡੇ ਧੋ ਰਹੀ ਸੀ ਕਿ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕੋਈ ਦੇਖ ਰਿਹਾ ਹੈ। ਮੈਂ ਰਸੋਈ ਵਿੱਚ ਇੱਧਰ ਉੱਧਰ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ, ਪਰ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜ਼ਰੂਰ ਮੈਨੂੰ ਕੋਈ ਲੁੱਕ ਕੇ ਦੇਖ ਰਿਹਾ ਹੈ। ਮੈਂ ਪਰੇਸ਼ਾਨ ਹੋ ਗਈ। ਪਤਾ ਨਹੀਂ ਕੌਣ ਹੈ ਜੋ ਮੈਨੂੰ ਦੇਖ ਰਿਹਾ ਹੈ, ਕਿੱਥੋਂ ਦੇਖ ਰਿਹਾ ਹੈ। ਸਾਡੀ ਰਸੋਈ ਘਰ ਦੇ ਵਿਹੜੇ ਵਿੱਚ ਹੀ ਸੀ ਤੇ ਸਾਡੇ ਘਰ ਦੇ ਆਲੇ ਦੁਆਲੇ ਵੀ ਬਹੁਤ ਸਾਰੇ ਘਰ ਸੀ। ਸਾਡੇ ਘਰ ਦੇ ਸਾਹਮਣੇ ਵਾਲੇ ਘਰ ਤੋਂ ਸਾਡੀ ਰਸੋਈ ਸਾਫ਼ ਨਜ਼ਰ ਆਉਂਦੀ ਸੀ। ਔਰਤ ਦੀ ਫਿਤਰਤ ਹੁੰਦੀ ਹੈ ਕਿ ਉਹ ਆਪਣੇ ਉੱਪਰ ਉੱਠਣ ਵਾਲੀ ਨਜ਼ਰ ਨੂੰ ਲੱਭ ਹੀ ਲੈਂਦੀ ਹੈ। ਮੈਂ ਰਸੋਈ ਤੋਂ ਬਾਹਰ ਆਈ। ਮੈਂ ਆਪਣੇ ਆਲੇ ਦੁਆਲੇ ਦੇ ਘਰਾਂ ਵਿੱਚ ਦੇਖਿਆ। ਫਿਰ ਮੈਂ ਸਾਹਮਣੇ ਵਾਲੇ ਘਰ ਵੱਲ ਦੇਖਿਆ ਤਾਂ ਉੱਥੇ ਇੱਕ ਖਿੜਕੀ ਖੁੱਲੀ ਹੋਈ ਸੀ। ਉੱਥੋਂ ਮੈਨੂੰ ਕੋਈ ਦੁਰਬੀਨ ਨਾਲ ਦੇਖ ਰਿਹਾ ਸੀ, ਕਿਉਂਕਿ ਉਹ ਦੁਰਬੀਨ ਮੈਂ ਆਪਣੀਆਂ ਅੱਖਾਂ ਨਾਲ ਦੇਖੀ ਸੀ। ਜਿਵੇਂ ਹੀ ਮੇਰੀ ਨਜ਼ਰ ਉਸ ਤੇ ਪਈ ਤਾਂ ਉਹ ਉੱਥੋਂ ਹਟ ਗਿਆ ਤੇ ਖਿੜਕੀ ਤੇ ਪਰਦਾ ਪਾ ਦਿੱਤਾ। ਉੱਥੇ ਜੋ ਕੋਈ ਵੀ ਸੀ ਮੈਨੂੰ ਹੀ ਦੇਖ ਰਿਹਾ ਸੀ ਤੇ ਜਦੋਂ ਮੇਰੀ ਨਜ਼ਰ ਉਸ ਤੇ ਪਈ ਤਾਂ ਉਹ ਮੈਨੂੰ ਦੇਖ ਕੇ ਉੱਥੋਂ ਤੁਰੰਤ ਹਟ ਗਿਆ। ਇੱਕ ਪਾਸੇ ਤਾਂ ਮੈਂ ਆਪਣੇ ਸਹੁਰੇ ਦੀਆਂ ਗੱਲਾਂ ਤੇ ਸੱਸ ਦੀਆਂ ਹਰਕਤਾਂ ਨਾਲ ਪਰੇਸ਼ਾਨ ਸੀ ਤੇ ਦੂਜੇ ਪਾਸੇ ਪਤਾ ਨਹੀਂ ਇਹ ਕੌਣ ਅਣਜਾਣ ਆਦਮੀ ਸੀ ਜੋ ਮੈਨੂੰ ਲੁੱਕ ਕੇ ਦੇਖ ਰਿਹਾ ਸੀ। ਪਤਾ ਨਹੀਂ ਮੇਰੇ ਤੋਂ ਕੀ ਚਾਹੁੰਦਾ ਸੀ। ਕੁਝ ਦਿਨਾਂ ਬਾਅਦ ਕਿਸੇ ਨੇ ਮੇਰੇ ਘਰ ਦੇ ਵਿਹੜੇ ਵਿੱਚ ਇੱਕ ਕਾਗਜ਼ ਦਾ ਟੁਕੜਾ ਸੁੱਟਿਆ ਤੇ ਉਹ ਉਸ ਸਮੇਂ ਸੁੱਟਿਆ ਸੀ ਜਦੋਂ ਮੈਂ ਰਸੋਈ ਤੋਂ ਬਾਹਰ ਆ ਰਹੀ ਸੀ। ਮੈਨੂੰ ਉਹ ਕਾਗਜ਼ ਦਾ ਟੁਕੜਾ ਨਜ਼ਰ ਆਇਆ ਤਾਂ ਪਹਿਲਾਂ ਤਾਂ ਮੈਂ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਫਿਰ ਮੈਂ ਸੋਚਿਆ ਕਿ ਕਿਤੇ ਮੇਰੀ ਸੱਸ ਦੀ ਨਜ਼ਰ ਇਸ ਤੇ ਨਾ ਪੈ ਜਾਵੇ। ਜੇ ਉਸਨੇ ਇਹ ਉਠਾ ਲਿਆ ਤਾਂ ਉਹ ਮੈਨੂੰ ਹੀ ਗਲਤ ਸਮਝੇਗੀ, ਉਹ ਤਾਂ ਮੇਰੇ ਤੇ ਹੀ ਸ਼ੱਕ ਕਰੇਗੀ। ਇਸ ਲਈ ਮੈਂ ਉਹ ਕਾਗਜ਼ ਉਠਾ ਲਿਆ ਤੇ ਆਪਣੇ ਕਮਰੇ ਵਿੱਚ ਆ ਗਈ। ਮੇਰਾ ਦਿਲ ਬਹੁਤ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਪਹਿਲਾਂ ਮੈਂ ਸੋਚਿਆ ਕਿ ਉਸ ਕਾਗਜ਼ ਨੂੰ ਪਾੜ ਕੇ ਸੁੱਟ ਦਿੰਦੀ ਹਾਂ, ਪਰ ਫਿਰ ਖਿਆਲ ਆਇਆ ਕਿ ਇੱਕ ਵਾਰ ਪੜ੍ਹ ਕੇ ਦੇਖਦੀ ਹਾਂ ਆਖਰ ਇਸ ਵਿੱਚ ਕੀ ਲਿਖਿਆ ਹੈ। ਮੈਂ ਉਹ ਖੋਲ ਕੇ ਪੜ੍ਹਨਾ ਸ਼ੁਰੂ ਹੀ ਕੀਤਾ ਸੀ ਤੇ ਇੰਨੇ ਵਿੱਚ ਕੋਈ ਮੇਰਾ ਦਰਵਾਜ਼ਾ ਖੜਕਾਉਣ ਲੱਗਿਆ। ਮੈਂ ਇੱਕਦਮ ਉਛਲ ਗਈ। ਮੈਨੂੰ ਪਤਾ ਸੀ ਕਿ ਮੇਰੀ ਸੱਸ ਹੀ ਹੋਵੇਗੀ। ਮੈਂ ਜਲਦੀ ਨਾਲ ਉਸ ਚਿੱਠੀ ਨੂੰ ਆਪਣੀ ਅਲਮਾਰੀ ਵਿੱਚ ਕੱਪੜਿਆਂ ਦੇ ਅੰਦਰ ਲੁਕਾ ਦਿੱਤਾ ਤੇ ਆਪਣੇ ਚਿਹਰੇ ਤੋਂ ਪਸੀਨਾ ਸਾਫ਼ ਕੀਤਾ। ਫਿਰ ਦਰਵਾਜ਼ਾ ਖੋਲ੍ਹਿਆ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਸੱਸ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣ ਲੱਗੀ। ਮੈਨੂੰ ਪੁੱਛਣ ਲੱਗੀ ਕਿ ਮੈਂ ਆਪਣਾ ਦਰਵਾਜ਼ਾ ਬੰਦ ਕਿਉਂ ਕੀਤਾ ਸੀ। ਮੈਂ ਪਹਿਲਾਂ ਤੋਂ ਹੀ ਉਸ ਚਿੱਠੀ ਦੀ ਵਜ੍ਹਾ ਨਾਲ ਘਬਰਾਈ ਹੋਈ ਸੀ ਤੇ ਹੁਣ ਇਹ ਮੇਰੀ ਸੱਸ ਦੇ ਸਵਾਲ। ਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਉਹਨਾਂ ਨੂੰ ਕਿਹਾ ਕਿ ਮੈਂ ਬਾਥਰੂਮ ਵਿੱਚ ਸੀ, ਇਸ ਲਈ ਮੈਂ ਦਰਵਾਜ਼ਾ ਬੰਦ ਕਰ ਦਿੱਤਾ ਸੀ। ਪਰ ਮੇਰੀ ਸੱਸ ਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਇਆ ਤੇ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਇੰਨੀ ਘਬਰਾਈ ਹੋਈ ਹੈ ਕਿਉਂ, ਕੀ ਹੋਇਆ। ਮੈਂ ਉਹਨਾਂ ਨੂੰ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ, ਮੈਂ ਠੀਕ ਹਾਂ। ਫਿਰ ਉਹ ਮੈਨੂੰ ਪੁੱਛਣ ਲੱਗੀ ਕਿ ਚੱਲ ਲੇਟ ਜਾ, ਤੂੰ ਸਵੇਰ ਤੋਂ ਕੰਮ ਕਰਕੇ ਥੱਕ ਗਈ ਹੋਵੇਗੀ, ਮੈਂ ਤੇਰੇ ਪੈਰਾਂ ਦੀ ਮਾਲਿਸ਼ ਕਰ ਦਿੰਦੀ ਹਾਂ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਉਂ ਰੋਜ਼-ਰੋਜ਼ ਮੇਰੇ ਪੈਰਾਂ ਦੀ ਮਾਲਿਸ਼ ਕਰਨ ਆ ਜਾਂਦੇ ਹੋ, ਮੈਨੂੰ ਚੰਗਾ ਨਹੀਂ ਲੱਗਦਾ, ਤੁਸੀਂ ਆਪਣੇ ਪੈਰਾਂ ਦੀ ਮਾਲਿਸ਼ ਕਰਵਾਓ। ਪਰ ਉਹ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਪਰ ਅੱਜ ਮੈਂ ਵੀ ਪੱਕਾ ਇਰਾਦਾ ਕਰ ਲਿਆ ਸੀ ਕਿ ਮੈਨੂੰ ਉਹਨਾਂ ਤੋਂ ਆਪਣੇ ਪੈਰਾਂ ਦੀ ਮਾਲਿਸ਼ ਨਹੀਂ ਕਰਵਾਉਣੀ, ਕਿਉਂਕਿ ਮੇਰਾ ਦਿਲ ਕਹਿ ਰਿਹਾ ਸੀ ਕਿ ਜਿਸ ਤੇਲ ਨਾਲ ਉਹ ਮੇਰੀ ਮਾਲਿਸ਼ ਕਰਦੀ ਹੈ ਉਸ ਵਿੱਚ ਕੁਝ ਨਾ ਕੁਝ ਗੜਬੜ ਹੈ। ਜਿਵੇਂ ਹੀ ਉਹ ਤੇਲ ਲਗਾਉਣ ਲਈ ਅੱਗੇ ਆਈ, ਮੈਂ ਆਪਣੇ ਪੈਰ ਪਿੱਛੇ ਕਰ ਲਏ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਮੇਰੀ ਇਸ ਹਰਕਤ ਤੇ ਮੈਨੂੰ ਇੰਨਾ ਗੁੱਸਾ ਕਰੇਗੀ। ਉਹ ਕਹਿਣ ਲੱਗੀ ਕਿ ਜੇ ਤੂੰ ਮੇਰੀ ਕੋਈ ਗੱਲ ਟਾਲੀ ਤਾਂ ਤੂੰ ਦੇਖਣਾ ਮੈਂ ਤੇਰੇ ਨਾਲ ਕੀ ਕਰਦੀ ਹਾਂ। ਹੁਣ ਤੱਕ ਮੈਂ ਤੈਨੂੰ ਪਿਆਰ ਨਾਲ ਕਹਿ ਰਹੀ ਸੀ, ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੇਰੇ ਤੇ ਹੱਥ ਵੀ ਉਠਾ ਸਕਦੀ ਹਾਂ। ਮੈਨੂੰ ਉਹਨਾਂ ਦੀ ਗੱਲ ਸੁਣ ਕੇ ਡਰ ਲੱਗਣ ਲੱਗਿਆ। ਮੈਂ ਆਪਣੇ ਪੈਰਾਂ ਨੂੰ ਅੱਗੇ ਕਰ ਦਿੱਤਾ ਤੇ ਉਹ ਮੇਰੇ ਪੈਰਾਂ ਦੀ ਮਾਲਿਸ਼ ਕਰਨ ਲੱਗੀ। ਹਰ ਵਾਰ ਦੀ ਤਰ੍ਹਾਂ ਉਹਨਾਂ ਦੇ ਮਾਲਿਸ਼ ਕਰਦੇ ਹੀ ਮੈਨੂੰ ਗੂੜੀ ਨੀਂਦ ਆ ਗਈ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਸੀ। ਸਵੇਰੇ ਜਦੋਂ ਉੱਠ ਕੇ ਆਪਣੇ ਕਮਰੇ ਤੋਂ ਬਾਹਰ ਆਉਂਦੀ ਤਾਂ ਮੇਰੇ ਸਹੁਰੇ ਦੇ ਸਵਾਲ ਮੈਨੂੰ ਪਰੇਸ਼ਾਨ ਕਰਨ ਲੱਗਦੇ ਸੀ। ਕਦੇ ਉਹ ਮੈਨੂੰ ਕਹਿੰਦੇ ਕਿ ਤੂੰ ਅੱਜ ਬਹੁਤ ਸੁੰਦਰ ਲੱਗ ਰਹੀ ਹੈ, ਕਦੇ ਕਹਿੰਦੇ ਕਿ ਤੇਰੇ ਖੁੱਲੇ ਹੋਏ ਵਾਲ ਬਹੁਤ ਚੰਗੇ ਲੱਗਦੇ ਹਨ। ਮੈਨੂੰ ਉਹਨਾਂ ਦੀਆਂ ਇਹ ਗੱਲਾਂ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀਆਂ ਸੀ, ਪਰ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਸੀ। ਕਦੇ-ਕਦੇ ਤਾਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗਦੀ। ਜਦੋਂ ਤੋਂ ਮੇਰਾ ਪਤੀ ਵਿਦੇਸ਼ ਗਿਆ ਸੀ, ਉਸਨੇ ਇੱਕ ਵਾਰ ਵੀ ਮੇਰੀ ਖਬਰ ਨਹੀਂ ਲਈ ਸੀ।
ਮੇਰੇ ਕੋਲ ਮੋਬਾਈਲ ਵੀ ਨਹੀਂ ਸੀ ਜੋ ਮੈਂ ਉਸ ਨਾਲ ਗੱਲ ਕਰ ਲੈਂਦੀ। ਜਦੋਂ ਮੈਂ ਆਪਣੀ ਸੱਸ ਨੂੰ ਕਹਿੰਦੀ ਕਿ ਮੇਰੇ ਪਤੀ ਨਾਲ ਮੇਰੀ ਗੱਲ ਕਰਵਾ ਦਿਓ ਤਾਂ ਉਹ ਮੈਨੂੰ ਕਹਿੰਦੀ ਕਿ ਉਹ ਕੰਮ ਵਿੱਚ ਲੱਗਿਆ ਹੋਇਆ, ਅਜੇ ਤੇਰੇ ਨਾਲ ਗੱਲ ਨਹੀਂ ਕਰ ਸਕਦਾ। ਮੇਰੇ ਵਿਆਹ ਨੂੰ 3 ਮਹੀਨੇ ਹੋ ਚੁੱਕੇ ਸੀ, ਪਰ ਮੇਰੇ ਪਤੀ ਨੇ ਹੁਣ ਤੱਕ ਇੱਕ ਵਾਰ ਵੀ ਮੇਰੇ ਨਾਲ ਗੱਲ ਨਹੀਂ ਕੀਤੀ ਸੀ। ਸ਼ਾਮ ਨੂੰ ਜਦੋਂ ਮੈਂ ਸਾਰੇ ਕੰਮਾਂ ਤੋਂ ਵਿਹਲੀ ਹੋ ਕੇ ਆਪਣੇ ਕਮਰੇ ਵਿੱਚ ਆਉਂਦੀ ਤਾਂ ਸੋਚਣ ਲੱਗਦੀ, ਪਤਾ ਨਹੀਂ ਮੇਰਾ ਪਤੀ ਕਿੱਦਾਂ ਦਾ ਇਨਸਾਨ ਹੈ, ਮੇਰੇ ਨਾਲ ਗੱਲ ਵੀ ਨਹੀਂ ਕਰਦਾ, ਉਸ ਨੂੰ ਕਦੇ ਮੇਰਾ ਖਿਆਲ ਹੀ ਨਹੀਂ ਆਉਂਦਾ। ਇਹੀ ਸਭ ਸੋਚ ਰਹੀ ਸੀ ਕਿ ਅਚਾਨਕ ਤੋਂ ਮੈਨੂੰ ਉਸ ਚਿੱਠੀ ਦੀ ਯਾਦ ਆ ਗਈ। ਮੈਂ ਉੱਠ ਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਅਲਮਾਰੀ ਵਿੱਚੋਂ ਉਹ ਚਿੱਠੀ ਕੱਢ ਕੇ ਪੜ੍ਹਨ ਲੱਗੀ। ਉਸ ਨੂੰ ਪੜ੍ਹ ਕੇ ਤਾਂ ਮੇਰੇ ਹੋਸ਼ ਉੱਡ ਗਏ। ਉਸ ਵਿੱਚ ਲਿਖਿਆ ਸੀ ਕਿ ਉਹ ਮੇਰੇ ਬਾਰੇ ਵਿੱਚ ਸਭ ਕੁਝ ਜਾਣਦਾ ਹੈ ਤੇ ਉਹ ਮੈਨੂੰ ਕੁਝ ਦੱਸਣਾ ਚਾਹੁੰਦਾ ਹੈ, ਤੇ ਉਸ ਵਿੱਚ ਇਹ ਵੀ ਲਿਖਿਆ ਸੀ ਕਿ ਉਹ ਮੈਨੂੰ ਪਸੰਦ ਕਰਦਾ ਹੈ। ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਚੁੱਕੀ ਹਾਂ। ਉਹ ਮੈਨੂੰ ਕਹਿ ਰਿਹਾ ਸੀ ਕਿ ਉਹ ਮੈਨੂੰ ਹਰ ਸਮੇਂ ਆਪਣੀ ਖਿੜਕੀ ਤੋਂ ਦੇਖਦਾ ਰਹਿੰਦਾ ਹੈ ਤੇ ਉਸ ਨੂੰ ਮੇਰੀ ਹਾਲਤ ਤੇ ਬਹੁਤ ਤਰਸ ਆਉਂਦਾ ਹੈ। ਉਸ ਦੀ ਗੱਲਾਂ ਪੜ੍ਹ ਕੇ ਤਾਂ ਮੈਂ ਸੋਚਾਂ ਵਿੱਚ ਪੈ ਗਈ ਸੀ ਕਿ ਉਹ ਮੇਰੀ ਹਾਲਤ ਬਾਰੇ ਕਿਵੇਂ ਜਾਣਦਾ ਹੈ, ਉਸ ਨੂੰ ਕਿਵੇਂ ਪਤਾ ਚੱਲਿਆ ਕਿ ਮੈਂ ਮੁਸੀਬਤ ਵਿੱਚ ਹਾਂ। ਨਾ ਚਾਹੁੰਦੇ ਹੋਏ ਵੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੇਰੇ ਮਾਤਾ-ਪਿਤਾ ਬਹੁਤ ਗਰੀਬ ਸੀ, ਮੇਰੀ ਹੋਰ ਵੀ ਛੋਟੀਆਂ ਭੈਣਾਂ ਸੀ, ਇਸ ਲਈ ਮੇਰੀ ਮਾਂ ਨੇ ਮੈਨੂੰ ਸਮਝਾ ਕੇ ਭੇਜਿਆ ਸੀ ਕਿ ਮੈਂ ਕਦੇ ਵੀ ਆਪਣੇ ਸਹੁਰੇ ਘਰ ਵਾਲਿਆਂ ਨਾਲ ਲੜ ਕੇ ਘਰ ਵਾਪਸ ਨਾ ਆਵਾਂ, ਕਿਉਂਕਿ ਉਹਨਾਂ ਦੇ ਉੱਪਰ ਅਜੇ ਮੇਰੀਆਂ ਛੋਟੀਆਂ ਭੈਣਾਂ ਦੀ ਜ਼ਿੰਮੇਵਾਰੀ ਵੀ ਸੀ। ਇਸ ਲਈ ਮੈਂ ਆਪਣੇ ਘਰ ਵੀ ਨਹੀਂ ਜਾ ਸਕਦੀ ਸੀ। ਮੇਰੇ ਕੋਲ ਕੋਈ ਨਹੀਂ ਸੀ ਜਿਸ ਨੂੰ ਮੈਂ ਆਪਣਾ ਦੁੱਖ ਕਹਿ ਸਕਦੀ। ਮੇਰੇ ਸਹੁਰੇ ਦੀਆਂ ਗੱਲਾਂ ਤੋਂ ਜੋ ਖਿਆਲ ਮੇਰੇ ਦਿਲ ਵਿੱਚ ਆ ਰਹੇ ਸੀ ਉਹ ਬਹੁਤ ਜ਼ਿਆਦਾ ਗਲਤ ਸੀ। ਇਸ ਸਮੇਂ ਮੈਂ ਬਹੁਤ ਤਕਲੀਫ ਵਿੱਚ ਸੀ। ਕੋਈ ਵੀ ਨਹੀਂ ਸੀ ਜੋ ਮੇਰੀ ਪਰੇਸ਼ਾਨੀ ਸਮਝ ਲੈਂਦਾ ਤੇ 2 ਬੋਲ ਮੈਨੂੰ ਤਸੱਲੀ ਦੇ ਬੋਲ ਜਾਂਦਾ, ਉਸ ਨੂੰ ਮੈਂ ਆਪਣਾ ਸਮਝ ਲੈਂਦੀ। ਨਾ ਚਾਹੁੰਦੇ ਹੋਏ ਵੀ ਮੈਂ ਰਸੋਈ ਤੋਂ ਬਾਹਰ ਨਿਕਲ ਕੇ ਵਿਹੜੇ ਵਿੱਚ ਖੜੀ ਹੋ ਗਈ ਤੇ ਉਸ ਖਿੜਕੀ ਵੱਲ ਦੇਖਣ ਲੱਗੀ। ਸਾਹਮਣੇ ਖਿੜਕੀ ਦਾ ਪਰਦਾ ਹਟਿਆ ਹੋਇਆ ਸੀ। ਉਹ ਆਦਮੀ ਦੁਰਬੀਨ ਨਾਲ ਮੈਨੂੰ ਦੇਖ ਰਿਹਾ ਸੀ। ਮੈਂ ਆਪਣੇ ਹੰਝੂ ਸਾਫ਼ ਕੀਤੇ ਤੇ ਆਪਣੇ ਕਮਰੇ ਵਿੱਚ ਚਲੀ ਗਈ। ਇਸ ਹਾਲਤ ਵਿੱਚ ਮੈਨੂੰ ਆਪਣੇ ਪਤੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਪਰ ਉਹ ਮੇਰੇ ਕੋਲ ਨਹੀਂ ਸੀ। ਉਹ ਤਾਂ ਸ਼ਾਇਦ ਮੈਨੂੰ ਭੁੱਲ ਹੀ ਗਿਆ ਸੀ। ਅਗਲੇ ਦਿਨ ਫੇਰ ਮੈਨੂੰ ਇੱਕ ਕਾਗਜ਼ ਦਾ ਟੁਕੜਾ ਵਿਹੜੇ ਵਿੱਚ ਡਿੱਗਿਆ ਹੋਇਆ ਮਿਲਿਆ। ਮੈਂ ਉਹ ਉਠਾ ਕੇ ਪੜ੍ਹਿਆ ਤਾਂ ਉਸ ਵਿੱਚ ਲਿਖਿਆ ਹੋਇਆ ਸੀ ਕਿ ਰਾਤ ਨੂੰ ਆਪਣੀ ਛੱਤ ਤੇ ਆ ਜਾਣਾ, ਪਰ ਮੈਂ ਰਾਤ ਨੂੰ ਛੱਤ ਤੇ ਨਹੀਂ ਜਾ ਸਕਦੀ ਸੀ। ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਚੁੱਕੀ ਸੀ। ਮੇਰੀ ਸੱਸ ਤਾਂ ਰਾਤ ਨੂੰ ਵੀ ਮੇਰਾ ਪਿੱਛਾ ਨਹੀਂ ਛੱਡਦੀ ਸੀ। ਇੱਕ ਵਾਰ ਜਦੋਂ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਸਫਾਈ ਕਰ ਰਹੀ ਸੀ ਤਾਂ ਮੈਂ ਉਸ ਦੀ ਅਲਮਾਰੀ ਖੁੱਲੀ ਹੋਈ ਦੇਖੀ। ਮੈਂ ਉਸ ਦੀ ਅਲਮਾਰੀ ਵੱਲ ਗਈ। ਜਿਵੇਂ ਹੀ ਮੈਂ ਉਸ ਦੀ ਅਲਮਾਰੀ ਖੋਲ੍ਹੀ, ਇੱਕ ਫਾਈਲ ਮੇਰੇ ਪੈਰਾਂ ਵਿੱਚ ਆ ਕੇ ਡਿੱਗ ਗਈ। ਮੈਂ ਉਠਾ ਕੇ ਦੇਖਿਆ ਤਾਂ ਉਸ ਵਿੱਚ ਘਰ ਦੇ ਕੁਝ ਕਾਗਜ਼ਾਤ ਸੀ ਤੇ ਇੱਕ ਤਲਾਕਨਾਮਾ ਵੀ ਸੀ। ਹਾਲੇ ਮੈਂ ਉਸ ਨੂੰ ਪੜ੍ਹਿਆ ਨਹੀਂ ਸੀ, ਮੈਂ ਸਿਰਫ ਉਸ ਨੂੰ ਦੇਖ ਰਹੀ ਸੀ ਕਿ ਇੰਨੇ ਵਿੱਚ ਮੇਰੀ ਸੱਸ ਕਮਰੇ ਵਿੱਚ ਆ ਗਈ। ਉਸਨੇ ਮੇਰੇ ਹੱਥ ਵਿੱਚੋਂ ਉਹ ਫਾਈਲ ਖੋਹ ਲਈ ਤੇ ਮੈਨੂੰ ਗੁੱਸੇ ਵਿੱਚ ਬੋਲੀ ਕਿ ਤੂੰ ਮੇਰੀ ਅਲਮਾਰੀ ਦੀ ਤਲਾਸ਼ੀ ਲੈ ਰਹੀ ਹੈ। ਮੈਂ ਕਿਹਾ ਨਹੀਂ, ਮੈਂ ਤਾਂ ਸਿਰਫ ਸਫਾਈ ਕਰ ਰਹੀ ਸੀ। ਤੁਹਾਡੀ ਅਲਮਾਰੀ ਖੁੱਲੀ ਹੋਈ ਸੀ ਤਾਂ ਮੈਂ ਬੰਦ ਕਰਨ ਲਈ ਆ ਗਈ। ਇਹ ਫਾਈਲ ਤਾਂ ਖੁਦ ਹੀ ਮੇਰੇ ਪੈਰਾਂ ਵਿੱਚ ਡਿੱਗ ਗਈ ਸੀ। ਉਹ ਕਹਿਣ ਲੱਗੀ ਕਿ ਇਹ ਫਾਈਲ ਮੇਰੀ ਹੈ, ਤੂੰ ਜਾ ਇੱਥੇ ਤੋਂ। ਮੈਂ ਕਮਰੇ ਤੋਂ ਬਾਹਰ ਆ ਗਈ। ਮੈਂ ਸੋਚਣ ਲੱਗੀ ਕਿ ਮੇਰੀ ਸੱਸ ਨੇ ਆਪਣਾ ਕਮਰਾ ਅਲੱਗ ਕਰ ਰੱਖਿਆ ਹੈ ਤੇ ਮੇਰੇ ਸਹੁਰੇ ਨੂੰ ਵੀ ਆਪਣੇ ਕੋਲ ਨਹੀਂ ਆਉਣ ਦਿੰਦੀ। ਮੇਰੇ ਦਿਲ ਵਿੱਚ ਇਹ ਖਿਆਲ ਆਉਣ ਲੱਗਿਆ ਕਿ ਸ਼ਾਇਦ ਮੇਰੀ ਸੱਸ ਤੇ ਸਹੁਰੇ ਵਿੱਚ ਤਲਾਕ ਹੋ ਚੁੱਕਿਆ ਹੈ ਤੇ ਮੇਰੀ ਸੱਸ ਮੇਰੇ ਤੋਂ ਇਹ ਗੱਲ ਲੁਕਾਉਣਾ ਚਾਹੁੰਦੀ ਹੈ। ਪਰ ਜੇ ਇਦਾਂ ਹੁੰਦਾ ਤਾਂ ਉਹ ਇਸ ਘਰ ਵਿੱਚ ਕਿਵੇਂ ਰਹਿ ਸਕਦੀ ਸੀ? ਮੈਂ ਜਿੰਨਾ ਆਪਣੀ ਸੱਸ ਤੇ ਸਹੁਰੇ ਬਾਰੇ ਸੋਚਦੀ, ਓਨਾ ਹੀ ਉਲਝ ਕੇ ਰਹਿ ਜਾਂਦੀ। ਅੱਜ ਰਾਤ ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਸੱਸ ਤੋਂ ਆਪਣੇ ਪੈਰਾਂ ਦੀ ਮਾਲਿਸ਼ ਨਹੀਂ ਕਰਵਾਉਂਗੀ। ਇਸ ਲਈ ਮੈਂ ਆਪਣੇ ਪੈਰਾਂ ਤੇ ਪਹਿਲਾਂ ਹੀ ਬੇਸਲੀਨ ਲਗਾ ਲਈ ਤਾਂ ਕਿ ਉਹ ਤੇਲ ਮੇਰੇ ਪੈਰਾਂ ਤੇ ਅਸਰ ਨਾ ਕਰੇ ਤੇ ਉਸ ਦਾ ਨਸ਼ਾ ਮੇਰੇ ਉੱਪਰ ਨਾ ਚੜੇ। ਰਾਤ ਨੂੰ ਜਿਵੇਂ ਹੀ ਮੇਰੀ ਸੱਸ ਤੇਲ ਲੈ ਕੇ ਮੇਰੇ ਪੈਰਾਂ ਦੀ ਮਾਲਿਸ਼ ਕਰਨ ਦੇ ਲਈ ਆਈ ਤਾਂ ਉਹਨਾਂ ਦੇ ਤੇਲ ਲਗਾਉਂਦੇ ਹੀ ਮੈਂ ਸੌਣ ਦਾ ਨਾਟਕ ਕਰਨ ਲੱਗੀ। ਉਹਨਾਂ ਨੂੰ ਲੱਗਿਆ ਕਿ ਮੈਂ ਸੋ ਗਈ ਹਾਂ ਤਾਂ ਉਹ ਮੇਰੇ ਕਮਰੇ ਤੋਂ ਬਾਹਰ ਚਲੀ ਗਈ। ਕੁਝ ਦੇਰ ਬਾਅਦ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਆ ਗਿਆ ਤੇ ਮੇਰੇ ਕਮਰੇ ਦਾ ਦਰਵਾਜ਼ਾ ਅੰਦਰ ਤੋਂ ਬੰਦ ਕਰ ਦਿੱਤਾ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇੱਥੇ ਮੇਰੇ ਨਾਲ ਇੰਨਾ ਘਟੀਆ ਕੰਮ ਕੀਤਾ ਜਾ ਰਿਹਾ ਹੈ। ਜਿਵੇਂ ਹੀ ਮੇਰਾ ਸਹੁਰਾ ਮੇਰੇ ਕੋਲ ਆਇਆ ਤਾਂ ਮੈਂ ਘਬਰਾ ਕੇ ਉੱਠ ਕੇ ਬੈਠ ਗਈ। ਮੈਨੂੰ ਜਾਗਦਾ ਹੋਇਆ ਦੇਖ ਮੇਰਾ ਸਹੁਰਾ ਪਿੱਛੇ ਹਟ ਗਿਆ। ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਇੰਨਾ ਗੰਦਾ ਕੰਮ ਕਰਦੇ ਹੋਏ? ਮੇਰੀ ਸੱਸ ਵੀ ਮੇਰੇ ਕਮਰੇ ਵਿੱਚ ਆ ਗਈ। ਉਹ ਵੀ ਮੈਨੂੰ ਜਾਗਦਾ ਹੋਇਆ ਦੇਖ ਕੇ ਹੈਰਾਨ ਹੋਣ ਲੱਗੀ। ਮੈਂ ਆਪਣੇ ਸਹੁਰੇ ਨੂੰ ਕਿਹਾ ਕਿ
मैं तुहाडी कुड़ी वर्गी हाँ ते तुसी मेरे नाल ये पाप कर रहे हो। वो अपनियां नज़रां झुका के कहण लग्या कि मैं तेरे नाल कदे कोई गलत काम नहीं किया है। मैं इत्थे सिर्फ तैनू देखण आउंदा हाँ। तू मैनू बहुत चंगी लगदी सी। मैं तेरे नाल विआह करना चाहुंदा हाँ। उसदी ये गल सुन के मेरा दिल कीता कि मैं उन्हां दे थप्पड़ दे मारा। मैं कहा तुहानू बिल्कुल भी शर्म नहीं आ रही इदां दी गल करदे होए। मैं तुहाडे मुंडे दी पत्नी हाँ। किस दी पत्नी? वो तां तैनू कदों दा छड्ड के जा चुकिया है। मैं उसदा विआह इस शर्त ते करवाया सी कि वो तेरे नाल नहीं रहेगा। वो तां बाहर विदेश विच ही विआह करवा चुकिया सी, पर मैनू अपने घर विच एक मुफ्त दी नौकरानी चाहिदी सी। इसलिए मैं इदां दा घर लभ्या जिस दे घर वाले अपनी कुड़ी नूं सहुरे घर वालियां दी हर गल मन्नण दी सलाह दिंदे होण। तेरे माता पिता भी इदां दे ही सी। इसलिए मैं अपने मुंडे दा विआह तेरे नाल करवा दिता ते जदों वो वापस जाण लग्या तां वो तेरे लई तलाक दे पेपर छड्ड गया सी। ते इह गल मैं तैनू इसलिए नहीं दस्सी सी क्योंकि मैं तेरे बारे कुछ होर सोच चुकी सी। हुण मेरा पति तेरा सहुरा नहीं है। तेरा विआह अपने पति नाल करा देऊंगी। मेरे पति दी दिमागी हालत ठीक नहीं है। वो जो चाहुंदा है वो करदा है। सारी जिंदगी उसने मैनू मारिया है ते हुण तो उसनू पसंद आ गई है। मैं तेरा विआह उस नाल करवा दूंगी ते अपनी जिंदगी सुकून नाल गुजारूंगी। जिंदगी भर जो तकलीफ उसने मैनू दित्ती है वो हुण तू सहेगी ते तेरे कोल वापस जाण दा भी कोई रस्ता नहीं है। यह कह के मेरी सस कमरे तो चली गई। मेरा पति मैनू तलाक दे चुकिया सी ते मैनू इस गल दी खबर तक नहीं सी। हुण मैं इस घर विच किवें रह सकदी सी? मैं किसी भी सूरत विच इस घर विच नहीं रहूंगी। मैं सारी जिंदगी दी गुलामी ते तकलीफ बर्दाश्त नहीं करनी। मैं अपना समान उठाया ते कमरे तो बाहर निकलण लगी। जिवें ही मैं दरवाजा खोलण दी कोशिश कीती तां दरवाजा बाहर तो बंद सी। मैं दरवाजा खड़काया तां मेरी सस कहण लगी कि जदों तक मैं तेरा विआह अपने पति नाल नहीं करवा दिंदी तू इस कमरे विच ही बंद रहेगी। ये सुन के मेरे पैरां थल्लों जमीन निकल गई सी। मैं इदां किसी भी हाल विच नहीं कर सकदी सी। मैं अपनी सस नूं मना कर दिता। मैं कहा कि दरवाजा खोलो, मैनू इत्थों जाण दिओ। मेरी सस ने कहा कि तैनू हर हाल विच मेरे पति नाल विआह करना पवेगा, नहीं मैं तैनू इस कमरे विच भुखा प्यासा रखूंगी। मैं अपनी सस नूं बहुत मिन्नतां कीतियां पर उन्हां ने मेरी कोई गल नहीं सुनी। मैं सारी रात अपने कमरे विच रोंदी रही। अचानक मेरे दिमाग विच उस आदमी दा ख्याल आया जो साडे घर दे सामने तो अपनी खिड़की तो मैनू दिखदा सी। मैं कमरे दी खिड़की खोल के उत्थे खड़ी हो गई। मैं देखिया कि सामने दी खिड़की भी खुली हुई सी ते कमरे विच भी रोशनी सी। मैनू एक उम्मीद दी किरण नजर आई। मैं सोचा कि हो सकता है ये आदमी ही मेरी मदद करे। मैं उस आदमी दे सामने अपने हथ जोड़े, उसनू इशारे नाल कहा कि मेरी जान बचा लवे। मेरे कोल बस एक यही रास्ता सी। कुछ ही देर बाद कमरे का दरवाजा खुलिया ते बाहर पुलिस मौजूद सी। वो आदमी मेरी गल समझ गया सी। मैं पुलिस नूं सब कुछ दस दिता। पुलिस मेरी सस ते सोहरे नूं फड़ के लै गई। मैं अपने घर विच वापस आ गई। मैं अपनी उस पुरानी जिंदगी तो बहुत टुट चुकी सी ते मैनू विआह दे नां तो सोहरे दे नां तो नफरत हो चुकी सी। कुछ दिनों बाद ही वो आदमी साडे घर मेरा रिश्ता लैके आ गया जिसने मेरी मदद की सी। हुण मैं फैसला नहीं कर पा रही सी कि मैं उस आदमी नाल विआह करां जां नहीं। दोस्तों हुण तुसी ही फैसला करके दसो कि मैनू की करना चाहिए है ते इस संबंधी अपने कीमती विचार कमेंट जरूर करना।